गुड मॉर्निंग प्यारे बच्चों। ਅੱਜ ਅਸੀਂ ਇੱਕ ਬਹੁਤ ਹੀ ਦਿਲਚਸਪ ਚੈਪਟਰ ਰੇਖਾਵਾਂ ਅਤੇ ਕੋਣ ਯਾਨੀ ਲਾਈਨਸ ਐਂਡ ਐਂਗਲਸ ਦਾ ਆਪਾਂ ਦੂਜਾ ਲੈਕਚਰ ਕਰਨ ਜਾ ਰਹੇ ਹਾਂ। ਬੱਚਿਓ ਤੁਹਾਨੂੰ ਯਾਦ ਹੋਵੇਗਾ ਆਪਾਂ ਪਿਛਲੇ ਲੈਕਚਰ ਦੇ ਵਿੱਚ ਕੋਣਾਂ ਬਾਰੇ ਤੇ ਹੋਰ ਬੇਸਿਕ ਜਿਓਮੈਟਰੀ ਦੇ ਕਨਸੈਪਟਸ ਬਾਰੇ ਬਹੁਤ ਡਿਟੇਲ ਨਾਲ ਪੜ੍ਹਿਆ ਸੀ। ਅਸੀਂ ਅਲੱਗ-ਅਲੱਗ ਤਰ੍ਹਾਂ ਦੇ ਜੋ ਐਂਗਲਸ ਬਣਦੇ ਹਨ, ਨਿਊਨ ਕੋਣ, ਸਮ ਕੋਣ, ਅਧਿਕ ਕੋਣ, ਅਸੀਂ ਉਹਨਾਂ ਬਾਰੇ ਅੱਛੀ ਤਰ੍ਹਾਂ ਨਾਲ ਪੜ੍ਹਿਆ ਸੀ। ਤੇ ਫਿਰ ਅਸੀਂ ਗੱਲ ਸ਼ੁਰੂ ਕੀਤੀ ਸੀ ਕਿ ਜਦੋਂ ਐਂਗਲਸ ਪੇਅਰ ਦੇ ਵਿੱਚ ਹੁੰਦੇ ਹਨ ਯਾਨੀ ਐਂਗਲਸ ਦਾ ਜਾਂ ਕੋਣਾਂ ਦਾ ਜੋੜਾ ਹੁੰਦਾ ਹੈ ਉਹਨਾਂ ਦੀਆਂ ਅਸੀਂ ਕੁਝ ਪ੍ਰੋਪਰਟੀਜ਼ ਪੜ੍ਹੀਆਂ ਸੀ। ਤਾਂ ਆਓ ਬੱਚਿਓ ਆਪਾਂ ਸਟਾਰਟ ਕਰਦੇ ਹਾਂ। ਲਾਗਵੇਂ ਕੋਣ, ਇਹ ਆਪਾਂ ਪਿਛਲੀ ਵਾਰ ਵੀ ਪੜ੍ਹਿਆ ਸੀ। ਇੱਕ ਛੋਟੀ ਜਿਹੀ ਡੈਫੀਨੇਸ਼ਨ ਤੋਂ ਸ਼ੁਰੂ ਕਰਾਂਗੀ ਜਿਸ ਨੂੰ ਅਸੀਂ ਐਡਜੈਸੈਂਟ ਐਂਗਲਸ ਵੀ ਕਹਿੰਦੇ ਹਾਂ। ਇਹਦੇ ਵਿੱਚ ਬੱਚਿਓ ਕੀ ਹੈ, ਜਿਹੜੇ ਦੋ ਕੋਣਾਂ ਦਾ ਇੱਕ ਸਾਂਝਾ ਸ਼ਿਖਰ ਹੋਵੇ, ਇੱਕ ਸਾਂਝੀ ਭੁਜਾ ਹੋਵੇ ਅਤੇ ਜਿਹੜੀਆਂ ਭੁਜਾਵਾਂ ਸਾਂਝੀਆਂ ਨਹੀਂ ਹਨ ਉਹ ਸਾਂਝੀ ਭੁਜਾ ਦੇ ਉਲਟ ਦਿਸ਼ਾ ਵਿੱਚ ਸਥਿਤ ਹੋਣ, ਇਹਨਾਂ ਨੂੰ ਅਸੀਂ ਕੀ ਕਹਿੰਦੇ ਹਾਂ ਬੱਚਿਓ, ਲਾਗਵੇਂ ਕੋਣ। ਦੇਖੋ ਆਪਾਂ ਨੂੰ ਇਹ ਕਿਵੇਂ ਪਤਾ ਲੱਗਦਾ ਹੈ, ਤੁਹਾਡੇ ਸਾਹਮਣੇ ਦੇਖੋ ਤੁਹਾਡੇ ਸਾਹਮਣੇ ਇੱਕ ਕੋਣਾਂ ਦਾ ਜੋੜਾ ਬਣਿਆ ਹੋਇਆ ਹੈ ਜਿਸ ਵਿੱਚ ਕੀ ਤੁਹਾਨੂੰ ਕਿਹੜੇ ਦੋ ਕੋਣ ਦਿਖਾਈ ਦੇ ਰਹੇ ਹਨ। ਇਹਨਾਂ ਕੋਣਾਂ ਦੇ ਨਾਮ ਬੋਲੋ ਬੱਚਿਓ। ਕੀ ਹੈ, ਇੱਕ ਤੁਹਾਡੇ ਕੋਲ ਕੋਣ DAC ਹੈ, ਦੂਸਰਾ ਕਿਹੜਾ ਕੋਣ ਹੈ CAB। ਕੋਣਾਂ ਦੇ ਪਹਿਲਾਂ ਸਾਨੂੰ ਨਾਮ ਲੈਣੇ ਅੱਛੀ ਤਰ੍ਹਾਂ ਆਣੇ ਚਾਹੀਦੇ ਹਨ। ਤਾਂ ਅਸੀਂ ਦੇਖਦੇ ਹਾਂ ਬੱਚਿਓ ਕਿ ਇਹਨਾਂ ਦੋਨਾਂ ਕੋਣਾਂ ਦਾ ਇੱਕ ਸਾਂਝਾ ਸ਼ਿਖਰ ਕਿਹੜਾ ਹੈ A। ਫਿਰ ਇੱਕ ਸਾਂਝੀ ਭੁਜਾ ਕਿਹੜੀ ਹੈ ਦੋਨਾਂ ਦੇ ਵਿੱਚ AC, ਅਤੇ ਜਿਹੜੀਆਂ ਭੁਜਾਵਾਂ ਸਾਂਝੀਆਂ ਨਹੀਂ ਹਨ ਉਹ ਕਿਹੜੀਆਂ ਹਨ AB ਅਤੇ AD। ਉਹ ਸਾਂਝੀ ਭੁਜਾ ਦੇ ਉਲਟ ਦਿਸ਼ਾ ਵਿੱਚ ਭਾਵ ਯਾਨੀ ਉਸਦੇ ਦੋਨੋਂ ਇੱਕੋ ਸਾਈਡ ਤੇ ਨਹੀਂ ਹੋਣੀਆਂ ਚਾਹੀਦੀਆਂ। ਜਿਵੇਂ AB AC ਦੇ ਇੱਧਰ ਵਾਲੇ ਪਾਸੇ ਹੈ ਤੇ AD AC ਦੇ ਦੂਜੇ ਵਾਲੇ ਪਾਸੇ ਹੈ, ਤਾਂ ਅਸੀਂ ਕੀ ਕਵਾਂਗੇ ਫਿਰ ਇਹ ਦੋਵੇਂ ਕੋਣ ਕੀ ਹਨ, ਲਾਗਵੇਂ ਕੋਣ ਹਨ। ਤੁਹਾਨੂੰ ਹੁਣ ਇਹ ਚੰਗੀ ਤਰ੍ਹਾਂ ਸਮਝ ਆਣਾ ਚਾਹੀਦਾ ਹੈ ਕਿ ਲਾਗਵੇਂ ਕੋਣ ਅਸੀਂ ਕਦੋਂ ਬੋਲਦੇ ਹਾਂ। ਹੁਣ ਬੱਚਿਓ ਅਸੀਂ ਦੇਖਦੇ ਹਾਂ ਕਿ ਲਾਗਵੇਂ ਕੋਣ ਦੇ ਵਿੱਚ ਹੋਰ ਪ੍ਰੋਪਰਟੀ ਕੀ ਹੈ ਕਿ ਜਿਹੜਾ ਵੱਡਾ ਕੋਣ ਪੂਰਾ ਕੋਣ DAB ਹੈ ਉਹ ਇਹਨਾਂ ਦੋਨਾਂ ਕੋਣਾਂ ਦੇ ਜੋੜ ਦੇ ਬਰਾਬਰ ਵੀ ਹੋਏਗਾ। DAB ਕਿਹਨਾਂ ਦੋਨਾਂ ਦੇ DAC ਤੇ ਪਲੱਸ ਜਿਹੜਾ CAB ਹੈ ਇਹਨਾਂ ਦੇ ਜੋੜ ਦੇ ਬਰਾਬਰ ਹੋਏਗਾ। ਹੁਣ ਬੱਚਿਓ ਇੱਕ ਮੈਂ ਤੁਹਾਡੇ ਸਾਹਮਣੇ ਹੋਰ ਇੱਕ ਚਿੱਤਰ ਤੁਸੀਂ ਵੇਖ ਰਹੇ ਹੋ, ਇਹਦੇ ਵਿੱਚ ਆਪਾਂ ਉਸੇ ਹੀ ਕੋਣ ਦੇ DAB ਦੇ ਵਿੱਚ ਬੱਚਿਓ ਅਸੀਂ ਇੱਕ ਹੋਰ ਕਿਰਨ A ਵੀ ਖਿੱਚ ਲਈ ਹੈ। ਤਾਂ ਹੁਣ ਤੁਹਾਡੇ ਕੋਲ ਹੋਰ ਜ਼ਿਆਦਾ ਕੋਣ ਬਣ ਗਏ ਹਨ। ਤਾਂ ਹੁਣ ਇਸ ਨੂੰ ਦੇਖ ਕੇ ਤੁਹਾਡੇ ਦਿਮਾਗ ਵਿੱਚ ਆ ਰਿਹਾ ਹੋਵੇਗਾ ਕਿ ਇਹਦੇ ਵਿੱਚੋਂ ਲਾਗਵੇਂ ਕੋਣ ਕਿਹੜੇ ਕਿਹੜੇ ਹਨ ਬੱਚਿਓ। ਤਾਂ ਅਸੀਂ ਦੇਖਦੇ ਹਾਂ। ਦੇਖੋ ਬੱਚਿਓ ਕਿ ਇੱਕ ਕੁਐਸਚਨ ਸਾਡੇ ਮਨ ਦੇ ਵਿੱਚ ਕੀ ਆਂਦਾ ਹੈ ਕਿ DAE ਅਤੇ CAB ਲਾਗਵੇਂ ਕੋਣ ਹਨ। ਹੁਣ ਧਿਆਨ ਨਾਲ ਦੇਖੋ DAE ਕਿਹੜਾ ਕੋਣ ਹੈ, ਤੁਹਾਡੇ ਕੋਲ ਇਹ ਵਾਲਾ ਕੋਣ ਹੈ DAE। ਉਸ ਤੋਂ ਬਾਅਦ CAB ਕਿਹੜਾ ਕੋਣ ਹੈ ਬੱਚਿਓ, ਇਹ ਵਾਲਾ ਕੋਣ ਹੈ। ਹੁਣ ਤੁਸੀਂ ਦੱਸਣਾ ਹੈ ਕਿ ਇਹ ਲਾਗਵੇਂ ਕੋਣ ਹਨ। ਧਿਆਨ ਨਾਲ ਦੇਖੋ ਕਿ ਸਭ ਤੋਂ ਪਹਿਲਾਂ ਸ਼ਿਖਰ ਤਾਂ ਦੋਨਾਂ ਦਾ ਇੱਕ ਹੈ ਸਾਂਝਾ, ਆਪਾਂ ਨੂੰ ਕਿਹਾ ਨਾ ਇੱਕ ਸਾਂਝਾ ਸ਼ਿਖਰ ਹੋਵੇ, ਉਹ ਤਾਂ ਸਾਂਝਾ ਹੈ A। ਇੱਕ ਸਾਂਝੀ ਭੁਜਾ ਹੋਵੇ ਤਾਂ ਤੁਸੀਂ ਦੇਖੋ ਕਿ ਬੱਚੋ ਇਹਨਾਂ ਦੋਨਾਂ ਕੋਣਾਂ ਦੇ ਵਿਚਕਾਰ ਤੁਹਾਨੂੰ ਕੋਈ ਸਾਂਝੀ ਭੁਜਾ ਨਜ਼ਰ ਆ ਰਹੀ ਹੈ। DAE ਅਤੇ CAB ਦੇ ਵਿੱਚ ਕੋਈ ਸਾਂਝੀ ਭੁਜਾ ਨਹੀਂ ਹੈ, ਇਸ ਲਈ ਇਹ ਕੋਣ ਕੀ ਹਨ, ਲਾਗਵੇਂ ਕੋਣ ਨਹੀਂ ਹਨ। ਤਾਂ ਸਭ ਤੋਂ ਪਹਿਲਾਂ ਸਾਨੂੰ ਜਿਹੜੀ ਹੈ ਲਾਗਵੇਂ ਕੋਣਾਂ ਦੀ ਪਹਿਚਾਣ ਆਣੀ ਬਹੁਤ ਜ਼ਰੂਰੀ ਹੈ। ਉਸ ਤੋਂ ਬਾਅਦ ਬੱਚਿਓ ਨੈਕਸਟ ਅਸੀਂ ਕਰਦੇ ਹਾਂ ਕੋਣਾਂ ਦਾ ਰੇਖੀ ਜੋੜਾ। ਜਿਹੜੇ ਦੋ ਲਾਗਵੇਂ ਕੋਣਾਂ ਦੀਆਂ ਗੈਰ ਸਾਂਝੀਆਂ ਭੁਜਾਵਾਂ ਇੱਕ ਸਰਲ ਰੇਖਾ ਬਣਾਉਣ ਤਾਂ ਇਹ ਦੋਵੇਂ ਕੋਣਾਂ ਦਾ ਰੇਖੀ ਜੋੜਾ ਬਣਾਉਂਦੇ ਹਨ। ਦੇਖੋ ਬੱਚਿਓ ਕਿਵੇਂ, ਹੁਣ ਤੁਹਾਡੇ ਸਾਹਮਣੇ ਫੇਰ ਸਭ ਤੋਂ ਪਹਿਲਾਂ ਆਪਾਂ ਗੱਲ ਕੀਤੀ ਹੈ ਲਾਗਵੇਂ ਕੋਣ। ਤੁਹਾਡੇ ਸਾਹਮਣੇ ਚਿੱਤਰ ਦੇ ਵਿੱਚ ਦੋ ਲਾਗਵੇਂ ਕੋਣ ਦਿਖ ਰਹੇ ਹਨ, ਕਿਹੜੇ ਕਿਹੜੇ ਹਨ ਨਾਮ ਲਓ ਬੱਚਿਓ, DAC ਅਤੇ CAB। ਇਹ ਆਪਾਂ ਪਹਿਲਾਂ ਵੀ ਦੇਖ ਚੁੱਕੇ ਹਾਂ। DAB ਕਿਹਦੇ ਬਰਾਬਰ ਹੋਏਗਾ, ਇਹਨਾਂ ਦੋਨਾਂ ਕੋਣਾਂ ਦੇ ਜੋੜ ਦੇ ਬਰਾਬਰ ਹੋਵੇਗਾ। ਤਾਂ ਹੁਣ ਅਸੀਂ ਪਹਿਲਾਂ ਤਾਂ ਚੈੱਕ ਕਰਦੇ ਹਾਂ ਕਿ ਜੋ ਅਸੀਂ ਉੱਪਰ ਡੈਫੀਨੇਸ਼ਨ ਲਿਖੀ ਹੈ ਲੀਨੀਅਰ ਪੇਅਰ ਆਫ ਐਂਗਲਸ ਦੀ, ਕੀ ਉਹ ਇਹਦੇ ਵਿੱਚ ਪੂਰੀ ਹੋ ਰਹੀ ਹੈ। ਕੀ ਹੈ ਡੈਫੀਨੇਸ਼ਨ ਕਿ ਜਿਹੜੇ ਦੋ ਲਾਗਵੇਂ ਕੋਣਾਂ ਦੀਆਂ ਗੈਰ ਸਾਂਝੀਆਂ ਭੁਜਾਵਾਂ ਇੱਕ ਸਰਲ ਰੇਖਾ ਬਣਾਉਂਦੀਆਂ ਹਨ। ਤਾਂ ਤੁਸੀਂ ਇਹਦੇ ਵਿੱਚ ਦੇਖੋ ਇਹਦੀਆਂ ਗੈਰ ਸਾਂਝੀਆਂ ਭੁਜਾਵਾਂ ਬੱਚਿਓ ਕਿਹੜੀਆਂ ਹਨ, AB ਅਤੇ AD। ਦੇਖ ਰਹੇ ਹੋ ਤੁਸੀਂ AB ਅਤੇ AD, ਪਰ ਇਹ ਸਰਲ ਰੇਖਾ ਤਾਂ ਨਹੀਂ ਬਣਾ ਰਹੀਆਂ, ਇਸ ਕਰਕੇ ਲਾਗਵੇਂ ਕੋਣ ਤਾਂ ਹਨ ਪਰ ਇਹ ਲੀਨੀਅਰ ਪੇਅਰ ਆਫ ਐਂਗਲਸ ਨਹੀਂ ਹੈ। ਹੁਣ ਤੁਹਾਡੇ ਸਾਹਮਣੇ ਮੈਂ ਇੱਕ ਫੇਰ ਅਗਲਾ ਧਿਆਨ ਨਾਲ ਦੇਖੋ। ਹੁਣ ਤੁਸੀਂ ਦੇਖੋਗੇ ਕਿ ਜਿਹੜੀਆਂ ਇਹਦੀਆਂ ਗੈਰ ਸਾਂਝੀਆਂ ਭੁਜਾਵਾਂ ਅਰਥਾਤ AB ਅਤੇ AD ਇਹ ਕੀ ਬਣਾ ਰਹੀਆਂ ਹਨ, ਸਰਲ ਰੇਖਾ ਬਣਾ ਰਹੀਆਂ ਹਨ। ਤਾਂ ਇੱਥੇ ਸਾਡੇ ਕੋਲ ਬੱਚਿਓ ਕਿਹੜੇ ਦੋ ਕੋਣ ਬੋਲੋ, ਸ਼ਾਬਾਸ਼, ਕੋਣਾਂ ਦੇ ਨਾਮ ਬੋਲੋ, DAC ਅਤੇ
CAB ਇਹ ਦੋਵੇਂ ਕੀ ਬਣਾਉਂਦੇ ਹਨ, ਕੀ ਬਣਾ ਰਹੇ ਹਨ, ਇਹ ਸਾਡੇ ਕੋਲ ਕੋਨਾਂ ਦਾ ਰੇਖੀ ਜੋੜਾ ਬਣਾ ਰਹੇ ਹਨ, ਤੁਸੀਂ ਦੇਖ ਸਕਦੇ ਹੋ। ਔਰ ਸਰਲ ਰੇਖਾ ਦਾ ਕੋਣ ਆਪਾਂ ਨੂੰ ਪਤਾ ਹੈ ਕਿੰਨੇ ਡਿਗਰੀ ਦਾ ਹੁੰਦਾ ਹੈ, 180 ਡਿਗਰੀ ਦਾ। ਤਾਂ ਇਸ ਕਰਕੇ ਇਹਨਾਂ ਦੋਨਾਂ ਲਾਗਵੇਂ ਕੋਨਾਂ ਦਾ ਜੋੜ ਕੀ ਹੋਏਗਾ, 180 ਡਿਗਰੀ। ਤਾਂ ਬੱਚੋ ਹੁਣ ਧਿਆਨ ਨਾਲ ਇੱਕ ਵਾਰ ਫੇਰ ਸੁਣ ਲਵੋ, ਕੋਨਾਂ ਦਾ ਰੇਖੀ ਜੋੜਾ ਲੀਨੀਅਰ ਪੇਅਰ ਆਫ ਐਂਗਲਸ ਦਾ ਅਰਥ ਕੀ ਹੁੰਦਾ ਹੈ ਕਿ ਅਜਿਹੇ ਦੋ ਲਾਗਵੇਂ ਕੋਣ ਜਿਨ੍ਹਾਂ ਦੀਆਂ ਗੈਰ ਸਾਂਝੀਆਂ ਭੁਜਾਵਾਂ ਹਨ ਉਹ ਕੀ ਬਣਾਉਂਦੀਆਂ ਹਨ, ਸਰਲ ਰੇਖਾ ਬਣਾਉਂਦੀਆਂ ਹਨ। ਜਾਂ ਆਪਾਂ ਇਹ ਕਹਿ ਸਕਦੇ ਹਾਂ ਉਹ ਦੋ ਲਾਗਵੇਂ ਕੋਣ ਜਿਨ੍ਹਾਂ ਦਾ ਜੋੜ ਕਿੰਨਾ ਹੋਵੇ, 180 ਡਿਗਰੀ ਹੋਵੇ, ਅਸੀਂ ਉਹਨਾਂ ਨੂੰ ਕੀ ਬੋਲਦੇ ਹਾਂ, ਲੀਨੀਅਰ ਪੇਅਰ ਆਫ ਐਂਗਲਸ। ਅੱਗੇ ਬੱਚਿਓ ਇਹ ਟਰਮ ਤੁਸੀਂ ਸੁਣਦੇ ਆ ਰਹੇ ਹੋ 6ਵੀਂ ਕਲਾਸ ਤੋਂ ਹੀ ਲਗਭਗ, ਸਿਖਰ ਸਨਮੁਖ ਕੋਣ, ਜਿਸ ਨੂੰ ਅਸੀਂ ਵਰਟੀਕਲੀ ਆਪੋਜ਼ਿਟ ਐਂਗਲਸ ਬੋਲਦੇ ਹਾਂ। ਇਹਦੇ ਵਿੱਚ ਬੱਚਿਓ ਜੇ ਦੋ ਰੇਖਾਵਾਂ ਇੱਕ ਦੂਜੇ ਨੂੰ ਕੱਟਦੀਆਂ ਹਨ ਤਾਂ ਸਿਖਰ ਸਨਮੁਖ ਕੋਣ ਬਰਾਬਰ ਹੁੰਦੇ ਹਨ। ਤੁਸੀਂ ਦੇਖ ਹੀ ਰਹੇ ਹੋ, ਤੁਹਾਨੂੰ ਸਭ ਨੂੰ ਪਤਾ ਵੀ ਹੈ ਕਿ ਕਿਹੜੀਆਂ ਦੋ ਰੇਖਾਵਾਂ ਇੱਕ ਦੂਜੇ ਨੂੰ ਕੱਟਦੀਆਂ ਹਨ। ਸ਼ਾਬਾਸ਼, ਨਾਮ ਲਈਏ ਸੀ ਉਹਨਾਂ ਦੇ, AC ਅਤੇ BD। ਦੋ ਰੇਖਾਵਾਂ ਕੱਟ ਰਹੀਆਂ ਹਨ, ਕਿਹੜੇ ਬਿੰਦੂ ਤੇ ਕੱਟ ਰਹੀਆਂ ਹਨ, O ਬਿੰਦੂ O ਤੇ। ਤਾਂ ਸਾਡੇ ਕੋਲ ਚਾਰ ਕੋਣ ਬਣ ਰਹੇ ਹਨ। ਤੁਸੀਂ ਰੰਗ ਤੋਂ ਦੇਖ ਪਾ ਰਹੇ ਹੋ ਕਿਹੜਾ ਕੋਣ ਕਿਹਦੇ ਬਰਾਬਰ ਹੋਏਗਾ, ਬੋਲੋ ਬੱਚਿਓ। ਹਾਂਜੀ, ਕੋਣ AOD ਯਾਨੀ ਜਿਹੜਾ ਤੁਸੀਂ ਪਿੰਕ ਕਲਰ ਨਾਲ ਦੇਖ ਰਹੇ ਹੋ ਬਰਾਬਰ ਹੈ ਕੋਣ BOC। ਇਹ ਬਰਾਬਰ ਹਨ ਤੇ ਅਸੀਂ ਇਹਨਾਂ ਨੂੰ ਕਿਹੜੇ ਕੋਣ ਬੋਲਦੇ ਹਾਂ, ਵਰਟੀਕਲੀ ਆਪੋਜ਼ਿਟ ਐਂਗਲਸ, ਸਿਖਰ ਸਨਮੁਖ ਕੋਣ। ਉਸੇ ਤਰ੍ਹਾਂ ਦੂਸਰਾ ਕਿਹੜਾ ਜੋੜਾ ਬਰਾਬਰ ਹੈ, AOB ਬਰਾਬਰ ਹੈ ਕੋਣ COD। ਤਾਂ ਇਸ ਤਰ੍ਹਾਂ ਬੱਚਿਓ ਅਸੀਂ ਯਾਦ ਰੱਖਾਂਗੇ ਕਿ ਵਰਟੀਕਲ ਆਪੋਜ਼ਿਟ ਐਂਗਲਸ ਹੈ ਜਿਹੜੇ ਉਹ ਬੱਚਿਓ ਬਰਾਬਰ ਹੁੰਦੇ ਹਨ ਹਮੇਸ਼ਾ। ਉਸ ਤੋਂ ਬਾਅਦ ਰੇਖਾਵਾਂ ਦੀ ਗੱਲ ਕਰਦੇ ਹਾਂ ਅਸੀਂ। ਬੱਚਿਓ ਤੁਹਾਨੂੰ ਪਤਾ ਹੈ ਕਿ ਰੇਖਾ ਬਾਰੇ ਤੁਹਾਨੂੰ ਅੱਛੀ ਤਰ੍ਹਾਂ ਪਤਾ ਹੈ। ਹੁਣ ਮੈਂ ਤੁਹਾਡੇ ਕੋਲ ਕਾਪੀ ਪੈਨ ਹਨ, ਤੁਸੀਂ ਇੱਕ ਕੰਮ ਕਰਨਾ ਹੈ, ਦੋ ਰੇਖਾਵਾਂ ਖਿੱਚਣੀਆਂ ਹਨ। ਤੁਸੀਂ ਆਪਣੇ ਪੇਜ ਲੈ ਲਓ, ਪੇਜ ਤੇ ਜਿਹਨੂੰ ਅਸੀਂ ਇੱਕ ਤਲ ਵੀ ਕਹਿ ਸਕਦੇ ਹਾਂ, ਕਿ ਤੁਸੀਂ ਦੋ ਰੇਖਾਵਾਂ ਖਿੱਚਣੀਆਂ ਹੈ। ਤੁਸੀਂ ਕਿੰਨੇ ਤਰੀਕਿਆਂ ਨਾਲ ਦੋ ਰੇਖਾਵਾਂ ਖਿੱਚ ਸਕਦੇ ਹੋ, 1 ਮਿੰਟ ਲਈ ਖਿੱਚੋ, ਚਾਹੇ ਜਿਵੇਂ ਵੀ ਤੁਹਾਨੂੰ ਲੱਗਦਾ ਹੈ। ਦੋ ਰੇਖਾਵਾਂ ਜੋੜੇ ਵਿੱਚ ਜੇ ਅਸੀਂ ਖਿੱਚੀਏ ਤਾਂ ਕਿਸ ਤਰ੍ਹਾਂ ਖਿੱਚੀਆਂ ਜਾ ਸਕਦੀਆਂ ਹਨ, ਬਿਲਕੁਲ ਸਭ ਦੇ ਅਲੱਗ-ਅਲੱਗ ਜਵਾਬ ਹੋਣਗੇ। ਮੈਂ ਵੀ ਕੁਝ ਇੱਕ ਖਿੱਚੀਆਂ ਹਨ, ਤੁਸੀਂ ਦੇਖੋ। ਇੱਕ ਮੈਂ ਇਸ ਤਰ੍ਹਾਂ ਖਿੱਚੀਆਂ ਹਨ, L ਅਤੇ M ਦੋ ਰੇਖਾਵਾਂ ਹਨ, ਜਾਂ ਮੈਂ ਇਸ ਤਰ੍ਹਾਂ ਖਿੱਚ ਸਕਦੀ ਹਾਂ, ਜਾਂ ਮੈਂ ਇਸ ਤਰ੍ਹਾਂ ਖਿੱਚ ਸਕਦੀ ਹਾਂ। ਹੋਰ ਵੀ ਬਹੁਤ ਅਣਗਿਣਤ ਤਰੀਕੇ ਹਨ ਦੋ ਰੇਖਾਵਾਂ ਨੂੰ ਖਿੱਚਣ ਦੇ। ਪਰ ਹੁਣ ਜੇਕਰ ਤੁਸੀਂ ਧਿਆਨ ਨਾਲ ਦੇਖੋ ਬੱਚਿਓ, ਤਾਂ ਇਹ ਦੋ ਹੀ ਸੰਭਾਵਨਾਵਾਂ ਬਣਦੀਆਂ ਹਨ ਕਿ ਜਾਂ ਤਾਂ ਇਹ ਦੋ ਰੇਖਾਵਾਂ ਜੇਕਰ ਅਸੀਂ ਇੱਕ ਤਲ ਦੇ ਵਿੱਚ ਖਿੱਚੀਏ, ਜਾਂ ਤਾਂ ਇਹ ਦੋ ਰੇਖਾਵਾਂ ਆਪਸ ਵਿੱਚ ਕੱਟਣਗੀਆਂ, ਜਾਂ ਫਿਰ ਇਹ ਬਿਲਕੁਲ ਨਹੀਂ ਕੱਟਣਗੀਆਂ। ਅਰਥਾਤ ਕਿਹੜੀਆਂ ਰੇਖਾਵਾਂ ਬੋਲਦੇ ਹਾਂ ਅਸੀਂ ਉਹਨਾਂ ਨੂੰ, ਸਮਾਂਤਰ ਰੇਖਾਵਾਂ। ਹੁਣ ਤੁਸੀਂ ਬੜੇ ਹੀ ਧਿਆਨ ਨਾਲ ਇੱਕ ਚੀਜ਼ ਸਮਝਣੀ ਹੈ। ਜਦੋਂ ਤੁਸੀਂ ਇੱਥੇ ਦੇਖ ਰਹੇ ਹੋ L ਅਤੇ M, ਇਹ ਆਪਾਂ ਨੂੰ ਦੇਖਣ 'ਚ ਤਾਂ ਲੱਗ ਰਿਹਾ ਹੈ ਕਿ ਇਹ ਨਹੀਂ ਕੱਟ ਰਹੀਆਂ, ਪਰ ਆਪਾਂ ਨੂੰ ਪਤਾ ਹੈ ਜੇਕਰ ਅਸੀਂ ਇਹਨਾਂ ਨੂੰ ਵਧਾਵਾਂਗੇ ਅੱਗੇ ਤੱਕ ਤਾਂ ਫਿਰ ਇਹ ਜ਼ਰੂਰ ਆਪਸ ਵਿੱਚ ਕਿਤੇ ਨਾ ਕਿਤੇ ਜਾ ਕੇ ਇਹ ਕੱਟਣਗੀਆਂ। ਤਾਂ ਹੈ ਇਹ ਵੀ ਕੀ ਹਨ, ਆਪਸ ਵਿੱਚ ਕੱਟ ਰਹੀਆਂ ਹਨ। ਤਾਂ ਕਿਹੜੀਆਂ, ਜਿਹੜੀਆਂ ਰੇਖਾਵਾਂ ਦੋ ਰੇਖਾਵਾਂ ਆਪਸ ਵਿੱਚ ਕੱਟਦੀਆਂ ਹੋਣ ਇੱਕ ਹੀ ਤਲ ਤੇ ਖਿੱਚਣ ਤੇ, ਤਾਂ ਅਸੀਂ ਉਹਨਾਂ ਨੂੰ ਕੀ ਬੋਲਦੇ ਹਾਂ ਬੱਚਿਓ, ਕਾਟਵੀਆਂ ਰੇਖਾਵਾਂ। ਤਾਂ ਹੁਣ ਤੁਸੀਂ ਮੈਨੂੰ ਦੱਸ ਸਕਦੇ ਹੋ ਇਸ ਪਹਿਲੇ ਪੇਅਰ ਦੇ ਵਿੱਚ ਇਹ ਕੀ ਹਨ, L ਅਤੇ M ਕਾਟਵੀਆਂ ਰੇਖਾਵਾਂ ਹਨ। ਦੂਸਰੇ ਦੇ ਵਿੱਚ ਤਾਂ ਸਾਨੂੰ ਨਜ਼ਰ ਆ ਹੀ ਰਿਹਾ ਹੈ ਇਹ ਵੀ ਕੀ ਹਨ, ਕਾਟਵੀਆਂ ਰੇਖਾਵਾਂ। ਇੱਥੇ L ਅਤੇ M ਨੂੰ ਦੇਖੋ ਤੁਸੀਂ, ਇਹ L ਅਤੇ M ਆਪਸ ਦੇ ਵਿੱਚ ਸਾਨੂੰ ਇੱਕ ਕਿਤੇ ਵੀ ਜਿੰਨੀ ਮਰਜ਼ੀ ਵਧਾ ਲਓ ਇਹ ਨਹੀਂ ਕੱਟਣਗੀਆਂ। ਤਾਂ ਅਸੀਂ ਇਹੋ ਜਿਹੀਆਂ ਰੇਖਾਵਾਂ ਨੂੰ ਕੀ ਬੋਲਦੇ ਹਾਂ, ਸਮਾਂਤਰ ਰੇਖਾਵਾਂ। ਤੇ ਫਿਰ ਲਾਸਟ ਵਾਲੇ ਦੇ ਵਿੱਚ ਫਿਰ L ਅਤੇ M ਇਹ ਵੀ ਕੱਟਦੀਆਂ ਹਨ, ਕਾਟਵੀਆਂ ਰੇਖਾਵਾਂ ਹਨ। ਪਰ ਕਿਉਂਕਿ ਇਹ 90 ਡਿਗਰੀ ਤੇ ਕੱਟ ਰਹੀਆਂ ਹਨ ਤਾਂ ਅਸੀਂ ਕਈ ਵਾਰ ਇਹਨਾਂ ਨੂੰ ਲੰਬ ਰੇਖਾਵਾਂ ਵੀ ਬੋਲ ਦਿੰਦੇ ਹਨ, ਆਪਸ ਵਿੱਚ ਇੱਕ ਦੂਜੇ ਨੂੰ ਲੰਬ ਤੇ ਕੱਟਦੀਆਂ ਹਨ, ਪਰ ਹੈ ਇਹ ਵੀ ਕਾਟਵੀਆਂ ਰੇਖਾਵਾਂ। ਤਾਂ ਬੱਚਿਓ ਤੁਸੀਂ ਇੱਕ ਚੀਜ਼ ਜਿਹੜੀ ਸਿੱਖੀ ਨਵੀਂ, ਕਿ ਜੇਕਰ ਅਸੀਂ ਇੱਕ ਤਲ ਦੇ ਵਿੱਚ ਦੋ ਰੇਖਾਵਾਂ ਖਿੱਚੀਏ ਤਾਂ ਦੋ ਹੀ ਸੰਭਾਵਨਾਵਾਂ ਹਨ, ਜਾਂ ਤਾਂ ਜਿਹੜੀਆਂ ਉਹ ਰੇਖਾਵਾਂ ਹਨ ਕੀ ਹੋਣਗੀਆਂ, ਕਾਟਵੀਆਂ, ਜਾਂ ਫਿਰ ਕੀ ਹੋਣਗੀਆਂ, ਸਮਾਂਤਰ ਰੇਖਾਵਾਂ। ਇਸ ਤੋਂ ਇਲਾਵਾ ਹੋਰ ਕੋਈ ਤੀਸਰੀ ਪੋਸੀਬਿਲਿਟੀ ਨਹੀਂ ਬਣਦੀ। ਤੁਸੀਂ ਦੇਖੋ ਤੁਹਾਡੇ ਸਾਹਮਣੇ ਚਿੱਤਰ ਹੈ, ਉਹਦੇ ਵਿੱਚ ਧਿਆਨ ਨਾਲ ਦੇਖਣਾ ਹੈ। ਚਿੱਤਰ ਵਿੱਚ ਰੇਖਾਵਾਂ PQ ਅਤੇ RS ਆਪਸ ਵਿੱਚ ਬਿੰਦੂ O ਉੱਤੇ ਕੱਟਦੀਆਂ ਹਨ। ਤੁਸੀਂ ਨਾਲ ਦੀ ਨਾਲ ਬੱਚਿਓ ਜੋ ਜਿਓਮੈਟਰੀ ਦੇ ਪ੍ਰਸ਼ਨ ਹੈ ਉਹਨਾਂ ਨੂੰ ਕਰਨ ਦਾ ਸਭ ਤੋਂ ਆਸਾਨ ਤੇ ਇਫੈਕਟਿਵ ਮੈਥਡ ਇਹ ਹੁੰਦਾ ਹੈ, ਜਦੋਂ ਤੁਸੀਂ ਰਕਮ ਪੜ੍ਹ ਰਹੇ ਹੋ ਨਾਲ ਦੀ ਨਾਲ ਚਿੱਤਰ ਦੇ ਵਿੱਚ ਚਾਹੇ ਪੈਨਸਿਲ ਨਾਲ ਜਾਂ ਤੁਹਾਡੇ ਕੋਲ ਜੋ ਵੀ ਉਹਦੇ ਨਾਲ ਤੁਸੀਂ ਉੱਥੇ ਵੀ ਉਹਨੂੰ ਡਰਾ ਕਰੋ ਜਾਂ ਉਹਦੇ ਤੇ ਉਹਨੂੰ ਮਾਰਕ ਕਰੋ ਕਿ ਮੈਂ ਕੀ ਪੜ੍ਹ ਰਿਹਾ ਹਾਂ ਤੇ ਕੀ ਸਾਹਮਣੇ ਚਿੱਤਰ ਦੇ ਵਿੱਚ ਦਿੱਤਾ ਹੋਇਆ ਹੈ। ਜਿਵੇਂ ਕਿ ਚਿੱਤਰ ਵਿੱਚ ਰੇਖਾਵਾਂ PQ, ਤਾਂ ਪਹਿਲਾਂ ਮੈਂ ਦੇਖਣੀ ਹੈ PQ ਮੇਰੇ ਕੋਲ ਇਹ ਰੇਖਾ ਹੈ, RS ਮੇਰੇ ਕੋਲ ਇਹ ਰੇਖਾ ਹੈ, ਕਿਹੜੇ ਬਿੰਦੂ ਤੇ ਕੱਟਦੀਆਂ ਹਨ, ਬਿੰਦੂ O ਤੇ ਕੱਟਦੀਆਂ ਹਨ।
जेकर कोण POR, देखो बच्चों POR आ वाला कोण है, ਅਤੇ ਕੋਣ ROQ ਮੈਨੂੰ ਦਿਖ ਰਿਹਾ ਮੇਰੇ ਕੋਲ ਇਹ ਵਾਲਾ ਐਂਗਲ ਹੈ, ਇਹਨਾਂ ਦਾ ਅਨੁਪਾਤ 5:7 ਹੋਵੇ ਤਾਂ ਸਾਰੇ ਕੋਣਾਂ ਦੇ ਮੁੱਲ ਪਤਾ ਕਰੋ। ਬੜਾ ਹੀ ਇੰਟਰਸਟਿੰਗ ਔਰ ਇੰਪੋਰਟੈਂਟ ਕੁਐਸਚਨ ਹੈ ਬੱਚਿਓ। ਜ਼ਿਆਦਾਤਰ ਜਦੋਂ ਤੁਹਾਡੇ ਕੋਲ ਅਨੁਪਾਤ ਵਾਲੇ ਪ੍ਰਸ਼ਨ ਆਉਂਦੇ ਹਨ ਤਾਂ ਉਹਦੇ ਸਭ ਤੋਂ ਈਜ਼ੀ ਵੇ ਹੁੰਦਾ ਹੈ ਕਿ ਤੁਸੀਂ ਉਹਨਾਂ ਦਾ ਜੋ ਉਹਦੇ ਅਨੁਪਾਤ ਦੇ ਅਨੁਸਾਰ ਉਹਦੇ ਨਾਲ ਕੋਈ ਇੱਕ ਵੇਰੀਏਬਲ ਲਗਾ ਕੇ ਤੁਸੀਂ ਉਸ ਨੂੰ ਮੰਨ ਲਵੋ। ਅਸੀਂ ਮੰਨ ਲੈਂਦੇ ਹਾਂ, ਅਸਿਊਮ ਕਰ ਲੈਂਦੇ ਹਾਂ ਕਿ ਮੰਨ ਲਓ कोण POR किस दे बराबर है बच्चों, जो अनुपात है 5x मान लवो, ਅਤੇ कोण ROQ इसनों असीं की मान लैंदे बच्चों 7x, क्योंकि दोनों का अनुपात 5 ਅਤੇ 7 साडे कोल दिता होया है। हुण बच्चों सब तो पहला तुसीं ये देखना, ये दो कोण हन जिहड़े, ये तां असीं रकम चों देख के नाल दी नाल अपना लिख लिया। ਇਹ ਦੋਨਾਂ ਕੋਣਾਂ ਦੇ ਵਿਚਕਾਰ ਜਾਂ ਦੋਨਾਂ ਕੋਣਾਂ ਦਾ ਆਪਸ ਦੇ ਵਿੱਚ ਕੀ ਸੰਬੰਧ ਹੈ, ਕੀ ਰਿਲੇਸ਼ਨ ਹੈ, ਜੋ ਅਸੀਂ ਪੜਿਆ ਉਹਦੇ ਨਾਲ ਇਹਦਾ ਕੀ ਤੁਸੀਂ ਉਹਦੇ ਵਿੱਚ ਇਹਦਾ ਸੰਬੰਧ ਦੇਖ ਪਾ ਰਹੇ ਹੋ। ਦੇਖੋ ਬਹੁਤ ਹੀ ਧਿਆਨ ਨਾਲ ਸੋਚੋ, ਆਹ ਵਾਲਾ ਤੇ ਜਿਹੜਾ ਆ ਨਾਲ ਵਾਲਾ ਬਿਲਕੁਲ ਇਹਦੇ ਕੋਣ ਹੈ, ਤੁਹਾਨੂੰ ਕੀ ਲੱਗਦਾ ਹੈ ਕੀ ਬਣਾ ਰਹੇ ਹਨ ਜਾਂ ਇਹਨਾਂ ਦੀ ਕੀ ਵਿਸ਼ੇਸ਼ਤਾ ਹੈ। ਥੋੜਾ ਇਹਨੂੰ ਜੇ ਤੁਸੀਂ ਦੇਖੋਗੇ ਤਾਂ ਤੁਸੀਂ ਦੇਖੋ ਇਹ ਸਰਲ ਰੇਖਾ PQ ਦੇ ਉੱਪਰ ਦੋਵੇਂ ਕੋਣ ਬਣਦੇ ਪਏ ਹਨ ਤੇ ਆਪਾਂ ਹੁਣੇ ਪੜ੍ਹ ਕੇ ਹਟੇ ਹਾਂ, ਉਹਨਾਂ ਨੂੰ ਅਸੀਂ ਕੀ ਬੋਲਦੇ ਹਾਂ, ਰੇਖੀ जोड़ा। उसनों असीं की बोलते हैं लीनियर पेयर ऑफ एंगल्स। तो असीं की लिखांगे कोण POR प्लस कोण ROQ इज इक्वल टू 180 डिग्री। इन्हों असीं की लिखते हैं लीनियर पेयर ऑफ एंगल्स। ठीक है बच्चों, हुण तुसीं इहदे विच इहदी वैल्यू पुट करो, 5x प्लस 7x इज इक्वल टू 180 डिग्री, यानी कि 12x तुहाडे कोल कितना आ गया 180 डिग्री, x तुहाडे कोल कितना आ जाएगा 180/12। ठीक है बच्चों, ये तुहाडे कोल कितना आ जाना है 15, x की वैल्यू तुहाडे कोल कितनी आ जाएगी 15। तो इत्थों बच्चों असीं हुण इहदे विच वैल्यू पुट करांगे। POR नूं असीं की मन्निया सी 5x, अर्थात 5 × 15 साडे कोल कितना आ गया बच्चों 75 डिग्री। और उस तरह ROQ ये तुहाडे कोल 7x, ये तुहाडे कोल आ गया 7 × 15 105 डिग्री। तो असी बच्चों दोनों एंगल पता कर ले। हुण साडा प्रश्न की सी, सारे कोणां दे मुल पता करो। टोटल कोण किन्ने बन रहे हुण साडे कोल 4। तो बाकी दोहां दा हुण असी सब तो पहला देखिए किस दा मुल पता करना चाहांगे, असी कोण POS दा। तो हुण तुसीं देखो POS दा जे सब तो पहला देखो दो तुहाडे कोल रेखावां कट रहीआं हन तां साडे दिमाग च आंदा इहदे विच किहड़े एंगल बनणगे, वर्टिकल ऑपोजिट एंगल्स। तां जिहड़ा POS है वो किहदे बराबर होएगा, कोण ROQ दे। ते ROQ बच्चों असीं पता कर चुके हाँ कितना है 105 डिग्री। उस तरह नाल जिहड़ा एक होर एंगल साडे कोल किहड़ा रह गया SOQ, वो बच्चों किहदे बराबर होएगा, ये वाला जिहड़ा एंगल है किस दे बराबर होएगा, एंगल POR दे, जो कि किस दे बराबर असीं कढ चुके हाँ 75 डिग्री। और एक होर भी वधिया गल है कि तुसीं डायग्राम जदों तुहानूं क्वेश्चन पेपर च बनिया हुंदा है ते उहनूं तुसीं जरूर अपनी शीट ते बनाओ, आंसर शीट ते बनाओ, कॉपी ते बनाओ, दी प्रैक्टिस करो। क्योंकि जदों असीं डायग्राम आम बनाने हैं बच्चों उदों सानूं बहुत ही जल्दी एकदम आइडिया आंदा है कि जदों मैं दो मान लो मैं ये डायग्राम खुद बनाया हुंदा तां मैनूं नाल दी नाल आइडिया आना सी कि ये दोनों रेखावां आपस च कटदियां हन, इस करके इन्हां दे वर्टिकल ऑपोजिट एंगल्स की हन बराबर होणगे। तो बच्चों इस तरह की प्रैक्टिस भी है जिहड़ी तुहानूं बहुत जरूरी है। हुण बच्चों असीं एक नवीं टर्म पढ़न जा रहे हाँ, काटवीं रेखा, ट्रांसवर्सल जिन्हों असीं बोलते हाँ। बहुत ध्यान नाल तुसीं इहदे बारे समझना है, क्योंकि बच्चे आम तौर पर असीं देखते हाँ बच्चे किस गल च कन्फ्यूज करते हैं, काटवीं रेखा ते काटवीआं रेखावां दे विच। इहनूं अच्छी तरह पहला असीं देखांगे कि काटवीं रेखा की हुंदी है। ਉਹ रेखा जो दो ਜਾਂ दो तो ਵੱਧ रेखावां नूं ਵੱਖ-ਵੱਖ बिंदुआं उत्ते कटदी है, एक काटवीं रेखा अखवाउंदी है। तो सब तो पहला तुहानूं डिफरेंस इत्थे समझ आना चाहिए है कि वो रेखा जो दो मतलब मिनीमम घट तो घट किन्नियां रेखावां नूं कट्टे, दो नूं ते उस तो वध भी हो सकदियां हन, और ਵੱਖ-ਵੱਖ बिंदुआं ते कट्टे तां असीं उसनूं की बोलांगे काटवीं रेखा। जिवें कि तुसीं चित्र दे विच देखो बच्चों, साडे कोल दो रेखावां हन, किहड़ियां-किहड़ियां L ते M। उसनूं एक रेखा कट रही है T, दो ਵੱਖ-ਵੱਖ बिंदुआं ते। तां असीं इस करके इसनूं फिर इत्थे T नूं असीं की बोलांगे, T की है काटवीं रेखा।
होर देखो बच्चों, हुण इत्थे 2 तो वध हो गईयां, इत्थे एल एम अते एक होर रेखा है एन मान लवो, ते ओनू किहड़ी रेखा कट रही है टी, किहड़े वख-वख बिंदुआं ते पी क्यू अते आर ते, इस करके टी नू असीं की बोलांगे कि ये भी की है काटवीं रेखा है। हुण बच्चों तुहाडे सामने मैं एक होर उदाहरण दे रही हां, इहदे विच 2 रेखावां एल अते एम हन, पर ये आपस विच इक्को ही बिंदु ते कट रही हैं, तां ये तुहाडे इत्थे है ये काटवीं रेखा, की तुहानू की लगदा है? बिल्कुल तुसी ठीक बोलिया, यह काटवीं रेखा नहीं है। ये किहड़ियां रेखावां हन? काटवीआं, इंटरसैक्टिंग लाइन्स। ये याद रखना है बच्चों। एक उदाहरण असीं होर देखदे हां। हुण इहदे विच भी देखो साडे कोल जिहड़ी रेखा एन है, जिहड़ी साडे कोल रेखा एन है, वो 2 रेखावां नूं तां कट रही है एल अते एम नूं, पर अपने कोल की कंडीशन सी? वख-वख बिंदुआं ते। इत्थे वख-वख बिंदुआं ते नहीं कट रही, दोनां नूं इक्को ही बिंदु ते कट रही है। इस करके ये जिहड़ा तुहानूं लास्ट मैं तुहानूं एक एग्जाम्पल दिता है, इहदे विच भी जिहड़ी एन है वो काटवीं रेखा नहीं है, बल्कि जो इहो जिहियां रेखावां है बच्चों उन्हां नूं असीं कंकरेंट लाइन्स यानी संगामी रेखावां बोलदे हां। ये तुहाडे कोल संगामी रेखावां हन, ये तुहाडे कोल काटवीआं रेखावां हन। इत्थे टी काटवीं रेखा है ते टी भी की है काटवीं रेखा। हुण बच्चों असीं देखांगे कि एक काटवीं रेखा द्वारा 2 रेखावां नूं कट्टण नाल किस तरह दे कोण बनदे हन, उन्हां कोणां नूं असीं की बोलदे हां। असीं उहदे बारे वैसे तुसीं पढ़िया होया है 7th 8th दे विच, पर एक बार फिर असीं रिवीजन करदे हां बच्चों। मैं तुहानूं पहिलां दस्सिया सी कि एक तल दे विच जेकर असीं 2 रेखावां खिच्चांगे या तो काटवीआं होणगीਆਂ समांतर, तां मैं दोनों ही उदाहरण लैके चल रही हां। तुसीं देखो इस चित्र दे विच 2 रेखावां की हन? काटवीआं हन। इत्थे चाहे नहीं कट रहीआं पर अदरवाइज अगे जाके कट्टणगीਆਂ। इन्हां नूं ये जिहड़ी रेखा इहनूं असीं मान लैंदे एल एम, ते ये तुहाडे कोल की है? इहदी ट्रांसवर्सल काटवीं रेखा है, मान लो पी। ये भी इहनूं असीं एल एम ते काटवीं रेखा मान लो, इहदा नाम भी असीं पी रख लैंदे। तां बच्चों तुसीं सब तो पहले देखना है किन्ने एंगल बन रहे हैं तुहाडे सामने। जे इस तरह 2 रेखावां नूं एक काटवीं रेखा कट रही है तां किन्ने एंगल बनदे पे बच्चों? देखो तुसीं आप ये 8 एंगल बन रहे हैं दोनों केसिस दे विच, चाहे वो काटवीआं रेखावां नाल बना रही है या वो समांतर रेखावां नाल 8 एंगल बनते हैं। हुण असीं देखांगे बच्चों इन्हां 8 एंगल्स नूं असीं की नाम नाल दा की स्पैशल नाम दिता होया है। सब तो पहलां एक काटवीं रेखा द्वारा 2 रेखावां नूं कट्टण नाल बने बाहरी कोण। बाहरी कोण किवें बनदे बच्चों? देखो मैं कलर स्पैशल दिता होया है। तुसीं देखो बाहरी कोण दा अर्थ है कि जिहड़ियां जो भी 2 रेखावां नूं कट रही है काटवीं रेखा, तां जिहड़े बाहर हन उस रेखावां दे बाहर हन उन्हां नूं असीं बाहरी कोण कहंदे हां। किहड़े-किहड़े हन बच्चों? 1 2 7 8 इस डायग्राम दे विच, उस तरह इस फिगर दे विच भी तुहाडे कोल 1 2 7 तुहानूं पता होना चाहिए। एक्सटीरियर एंगल्स बाहरी कोण असीं किस नूं कहंदे हां। उस तो बाद बच्चों अंदरले कोण इंटीरियर एंगल्स, वो भी तुहानूं बड़े आसानी नाल पता हन। जिहड़े अंदर उन्हां दोनां दे रेखावां दे जो अंदर 4 कोण 8 हन, 4 बाहरी हन और 4 अंदरले कोण हन। उस तो बाद बच्चों एक काटवीं रेखा द्वारा 2 रेखावां नूं कट्टण नाल बने संगत कोण। ये चीज़ तुहानूं बहुत अच्छी तरह पता होनी चाहिए है कि संगत कोण की हुंदे हन। संगत कोण भी बच्चों मैं रंग देखो तुहाडे सामने तुहानूं कलर दिख रहे होंगे, ऊपर भी 4 डिफरेंट कलर्स है, नीचे भी 4 डिफरेंट, मतलब वो कोरोस्पोंडिंग जिथे है। सब तो पहला कोरोस्पोंडिंग का मतलब समझो कि जो पोजीशन ते मेरे कोल काटवीं रेखा ने पहली रेखा नाल कोण बनाया है, उसे ही पोजीशन ते दूजी रेखा नाल केड़ा कोण बनाया उन्होंने संगत कोण कहने हैं। देखो बच्चों जिवें इत्थे अपने कोल 1 है तो उसी जगह ते इत्थे की बनया होया 5, इत्थे 2 है, इत्थे 6, 3 नाल 7, 4 दे नाल 8, ये संगत कोण हन। उत्थे बिल्कुल इधर दूसरे डायग्राम च भी तुसी देख रहे हो कलर भी तुहानूं दिख रहे हैं, सारे कलर्स दे हिसाब नाल भी तुसी बड़ी जल्दी समझ सकते हो। तो इहनूं संगत कोण असीं कहंदे हां बच्चों। उस तो बाद एक काटवीं रेखा द्वारा 2 रेखावां नूं कट्टण नाल बने एकांतर अंदरले कोण। हुण देखो ऑल्टरनेट एकांतर नूं असीं की लिखदे हां? ऑल्टरनेट इंटीरियर अंदरले नूं एंगल्स। ये बच्चों तुहाडे सामने फिर एक होर डायग्राम है, उहदे विच तुसी देख पा रहे हो एकांतर अंदरले कोण 3 ਅਤੇ 5, उसी तरह 4 ਅਤੇ 6, 3 ਅਤੇ 5, 4 ਅਤੇ 6 बिल्कुल सेम दूसरे ही डायग्राम दे विच भी इस तरह है। उस तो बाद बच्चों एक काटवीं रेखा द्वारा 2 रेखावां नूं कट्टण नाल बने एकांतर बाहरले कोण। ये अक्सर असी ज़्यादातर एकांतर अंदरले कोण यूज करते हैं, पर यह भी एक टर्म है, इस करके मैं तुहानूं दसना चाहया कि बाहरले एकांतर बाहरले कोण भी हुंदे हन, जिवें 1 ਅਤੇ 7, 2 ਅਤੇ 8 ये भी बने उवें ही
ਇਕਾਂਤਰ ਕ੍ਰੋਸ ਨਾਲ ਹੀ ਬਣੇ ਹੋਏ ਹਨ। ਇਹ ਦੇਖੋ ਤੁਸੀਂ ਧਿਆਨ ਨਾਲ, ਬਣੇ ਇਹ ਵੀ ਕ੍ਰੋਸ ਨਾਲ ਹਨ ਪਰ ਬਾਹਰਲੇ ਹਨ। ਉਸ ਤੋਂ ਬਾਅਦ ਬੱਚਿਓ, ਇੱਕ ਕਾਟਵੀਂ ਰੇਖਾ ਦੁਆਰਾ ਦੋ ਰੇਖਾਵਾਂ ਨੂੰ ਕੱਟਣ ਨਾਲ ਬਣੇ ਇੱਕੋ ਪਾਸੇ ਦੇ ਅੰਦਰਲੇ ਕੋਣ। ਇੱਕੋ ਪਾਸੇ ਦੇ ਅੰਦਰਲੇ ਕੋਣ ਤੁਸੀਂ ਸਮਝ ਪਾ ਰਹੇ ਹੋਵੋਗੇ ਕਿ ਜੇਕਰ ਦੋ ਰੇਖਾਵਾਂ ਨੂੰ ਕਾਟਵੀਂ ਰੇਖਾ ਕੱਟ ਰਹੀ ਹੈ ਤੇ ਇਹਦੇ ਇੱਕੋ ਪਾਸੇ ਦੇ ਆਹ ਵਾਲੇ ਸਾਰੇ ਕੋਣ ਹਨ ਤੇ ਇਹਨਾਂ ਚੋਂ ਅੰਦਰਲੇ ਕਿਹੜੇ ਹਨ? 4 ਅਤੇ 5। ਉਸੇ ਤਰ੍ਹਾਂ ਬੱਚਿਓ ਇੱਧਰ ਵੀ ਤੁਸੀਂ ਦੇਖ ਸਕਦੇ ਹੋ ਕਿ ਦੋ ਰੇਖਾਵਾਂ ਨੂੰ ਇੱਕ ਕਾਟਵੀਂ ਰੇਖਾ ਦੇ ਇੱਕੋ ਪਾਸੇ ਦੇ ਕਿਹੜੇ ਕੋਣ ਹਨ? 1 4 5 8 ਤੇ ਅੰਦਰਲੇ ਕਿਹੜੇ ਹਨ? 4 ਅਤੇ 5। ਇੱਧਰ ਕਿਹੜੇ ਹੋਣਗੇ? 3 ਅਤੇ 6 ਹੋਣਗੇ। ਤਾਂ ਬੱਚਿਓ ਇਹ ਤੁਹਾਨੂੰ ਇਹਦੀ ਟਰਮੀਨੋਲੋਜੀ ਸੀ। ਹੁਣ ਅਸੀਂ ਦੇਖਦੇ ਹਾਂ ਬੱਚਿਓ ਕਿ ਸਵੈ ਸਿੱਧ ਹੈ ਇਹ ਵੀ ਆਪਣੇ ਕੋਲ। ਜੇ ਇੱਕ ਕਾਟਵੀਂ ਰੇਖਾ ਦੋ ਸਮਾਂਤਰ ਰੇਖਾਵਾਂ ਨੂੰ ਕੱਟੇ ਤਾਂ ਸੰਗਤ ਕੋਣਾਂ ਦਾ ਹਰੇਕ ਜੋੜਾ ਬਰਾਬਰ ਹੁੰਦਾ ਹੈ। ਦੇਖੋ ਬੱਚੋ ਤੁਹਾਡੇ ਕੋਲ ਫੇਰ ਉਹੀ ਡਾਇਗਰਾਮ ਹੈ, ਪਰ ਹੁਣ ਮੈਂ ਤੁਹਾਨੂੰ ਸਪੈਸ਼ਲ ਉਹਦੇ ਤੇ ਲਿਜਾ ਰਹੀ ਹਾਂ ਕਿ ਜਦੋਂ ਸਾਡੇ ਕੋਲ ਰੇਖਾਵਾਂ ਕੀ ਹਨ? ਸਮਾਂਤਰ ਹਨ। ਪਹਿਲਾਂ ਅਸੀਂ ਦੇਖ ਲਿਆ ਕਿ ਜੋ ਕਾਟਵੀਂ ਰੇਖਾ ਹੈ ਉਹ ਸਮਾਂਤਰ ਰੇਖਾਵਾਂ ਨੂੰ ਵੀ ਕੱਟ ਸਕਦੀ ਹੈ ਤੇ ਜਿਹੜੀਆਂ ਨਹੀਂ ਸਮਾਂਤਰ ਉਹਨਾਂ ਨੂੰ ਵੀ। ਤਾਂ ਅਸੀਂ ਦੇਖ ਲਿਆ 8-8 ਕੋਣ ਬਣ ਰਹੇ ਆ ਦੋਨੋਂ ਪਾਸੇ, ਉਹਨਾਂ ਕੋਣਾਂ ਨੂੰ ਅਸੀਂ ਕੀ ਕਹਿੰਦੇ ਆ? ਪਹਿਚਾਨ ਕਰ ਲਈ। ਪਰ ਹੁਣ ਅਸੀਂ ਦੇਖਣਾ ਹੈ ਕਿ ਜੇਕਰ ਸਮਾਂਤਰ ਰੇਖਾਵਾਂ ਨੂੰ ਕਾਟਵੀਂ ਰੇਖਾ ਕੱਟਦੀ ਹੈ ਤਾਂ ਉਹ ਜਿਹੜੇ ਕੋਣ ਬਣ ਰਹੇ ਹਨ ਉਹਨਾਂ ਦੀ ਕੀ ਵਿਸ਼ੇਸ਼ਤਾ ਹੈ। ਤਾਂ ਇਹ ਯਾਦ ਰੱਖਣਾ ਬੱਚਿਓ ਕਿ ਜੇਕਰ ਦੋ ਸਮਾਂਤਰ ਰੇਖਾਵਾਂ ਹਨ, ਮੰਨ ਲਓ ਮੇਰੇ ਕੋਲ L ਅਤੇ M ਸਮਾਂਤਰ ਰੇਖਾ ਹੈ ਔਰ ਇਹਨੂੰ ਮੰਨ ਲਓ P ਹੈ ਜਿਹੜੀ ਕਾਟਵੀਂ ਰੇਖਾ ਹੈ, 8 ਕੋਣ ਬਣ ਰਹੇ ਹਨ, ਤਾਂ ਸੰਗਤ ਕੋਣਾਂ ਦਾ ਹਰੇਕ ਜੋੜਾ ਕੀ ਹੋਏਗਾ? ਬਰਾਬਰ ਹੁੰਦਾ ਹੈ। ਤਾਂ ਇੱਥੇ ਬੱਚਿਓ ਮੈਨੂੰ ਹੁਣ ਤੁਸੀਂ ਲਿਖ ਕੇ ਵੀ ਦਿਖਾਣਾ ਹੈ ਕਿ ਕੋਣ 1 ਬੱਚਿਓ ਕਿਹਦੇ ਬਰਾਬਰ ਹੋਏਗਾ? ਕੋਣ 5 ਦੇ। ਉਸੇ ਤਰ੍ਹਾਂ ਕੋਣ 2 ਕਿਹਦੇ ਬਰਾਬਰ ਹੋਏਗਾ ਬੱਚਿਓ? ਕੋਣ 6 ਦੇ। ਕੋਣ 3 ਕਿਹਦੇ ਬਰਾਬਰ ਹੋਏਗਾ? ਕੋਣ 7 ਦੇ। ਔਰ ਕੋਣ 4 ਕਿਹਦੇ ਬਰਾਬਰ ਹੋਏਗਾ? ਕੋਣ 8 ਦੇ। ਤਾਂ ਇਹ ਤੁਹਾਡੇ ਕੋਲ ਸੰਗਤ ਕੋਣਾਂ ਦੇ ਕਿੰਨੇ ਜੋੜੇ ਬਣ ਗਏ? 4 ਜੋੜੇ ਬਣ ਗਏ ਔਰ ਇਹ ਚਾਰੋਂ ਜੋੜੇ ਆਪਸ ਵਿੱਚ ਕੀ ਹੋਣਗੇ? ਬਰਾਬਰ ਹੋਣਗੇ। ਬੱਚਿਓ ਹੁਣ ਇੱਕ ਚੀਜ਼ ਜਿਹੜੀ ਸਾਨੂੰ ਆਹ ਚੀਜ਼ ਸਭ ਨੂੰ ਪਤਾ ਹੁੰਦੀ ਹੈ ਜ਼ਿਆਦਾਤਰ, ਪਰ ਹੁਣ ਤੁਸੀਂ ਧਿਆਨ ਨਾਲ ਨੀਚੇ ਵਾਲੀ ਸਟੇਟਮੈਂਟ ਵੀ ਪੜੋ ਕਿ ਜੇ ਇੱਕ ਕਾਟਵੀਂ ਰੇਖਾ ਦੋ ਰੇਖਾਵਾਂ ਨੂੰ ਇਸ ਤਰ੍ਹਾਂ ਕੱਟਦੀ ਹੈ ਕਿ ਸੰਗਤ ਕੋਣਾਂ ਦਾ ਇੱਕ ਜੋੜਾ ਬਰਾਬਰ ਹੋਵੇ ਤਾਂ ਦੋਵੇਂ ਰੇਖਾਵਾਂ ਇੱਕ ਦੂਜੇ ਦੇ ਸਮਾਂਤਰ ਹੁੰਦੀਆਂ ਹਨ। ਬੱਚਿਓ ਇਹਨੂੰ ਅਸੀਂ ਜੋ ਪਹਿਲੀ ਅਸੀਂ ਸਟੇਟਮੈਂਟ ਲਿਖੀ ਹੈ ਉਸ ਦਾ ਉਲਟ ਹੈ, ਕਨਵਰਸ ਹੈ। ਪਹਿਲਾਂ ਅਸੀਂ ਕਿਹਾ ਸੀ ਵੀ ਜੇ ਸਮਾਂਤਰ ਹੋਣ ਤਾਂ ਸੰਗਤ ਕੋਣਾਂ ਦਾ ਜੋੜਾ ਬਰਾਬਰ ਹੋਏਗਾ। ਹੁਣ ਅਸੀਂ ਕੀ ਕਹਿ ਰਹੇ ਹਾਂ ਕਿ ਜੇਕਰ ਇੱਕ ਕਾਟਵੀਂ ਰੇਖਾ ਦੋ ਸਮਾਂਤਰ ਰੇਖਾਵਾਂ ਨੂੰ ਇਸ ਤਰ੍ਹਾਂ ਕੱਟੇ ਜੇਕਰ ਇੱਕ ਕਾਟਵੀਂ ਰੇਖਾ ਦੋ ਰੇਖਾਵਾਂ ਨੂੰ ਇਸ ਤਰ੍ਹਾਂ ਕੱਟੇ ਕਿ ਉਹਨਾਂ ਦਾ ਸੰਗਤ ਕੋਣਾਂ ਦਾ ਇੱਕ ਜੋੜਾ ਵੀ ਬਰਾਬਰ ਹੋਵੇ ਤਾਂ ਉਹ ਰੇਖਾਵਾਂ ਆਪਸ ਵਿੱਚ ਕੀ ਹੋਣਗੀਆਂ? ਸਮਾਂਤਰ ਹੋਣਗੀਆਂ। ਇਹ ਸਟੇਟਮੈਂਟ ਵੀ ਸਾਨੂੰ ਜ਼ਰੂਰ ਲਿਖਣੀ ਆਣੀ ਚਾਹੀਦੀ ਹੈ। ਉਸ ਤੋਂ ਬਾਅਦ ਅੱਗੇ ਹੈ ਬੱਚਿਓ ਕਿ ਜੇਕਰ ਇੱਕ ਕਾਟਵੀਂ ਰੇਖਾ ਦੋ ਸਮਾਂਤਰ ਰੇਖਾਵਾਂ ਨੂੰ ਕੱਟੇ ਤਾਂ ਇਕਾਂਤਰ ਅੰਤਰਲੇ ਕੋਣਾਂ ਦਾ ਜੋੜਾ ਬਰਾਬਰ ਹੁੰਦਾ ਹੈ। ਦੇਖੋ ਬੱਚਿਓ ਹੁਣ ਸਾਡੇ ਕੋਲ ਫੇਰ ਦੋ ਰੇਖਾਵਾਂ ਹਨ L ਅਤੇ M, P ਇਹਨਾਂ ਨੂੰ ਕੱਟ ਰਹੀ ਹੈ ਤਾਂ ਸਮਾਂਤਰ ਆਪਣੇ ਕੋਲ ਇਕਾਂਤਰ ਅੰਦਰਲੇ ਕੋਣ। ਦੇਖੋ ਕੋਣ 3 ਕਿਹਦੇ ਬਰਾਬਰ ਹੋਏਗਾ ਬੱਚਿਓ? ਕੋਣ 5 ਦੇ। ਔਰ ਕੋਣ 4 ਕਿਹਦੇ ਬਰਾਬਰ ਹੋਏਗਾ? ਕੋਣ 6 ਦੇ। ਇਹਨਾਂ ਨੂੰ ਅਸੀਂ ਅਕਸਰ ਆਮ ਤੌਰ ਤੇ ਤਾਂ ਇਕਾਂਤਰ ਕੋਣ ਹੀ ਲਿਖਦੇ ਹਾਂ, ਪਰ ਇਹ ਹੁੰਦੇ ਐਕਚੁਅਲੀ ਕੀ ਹੈ? ਇਕਾਂਤਰ ਅੰਦਰਲੇ ਕੋਣ। ਤੇ ਤੁਸੀਂ ਹੁਣੇ ਮੇਲਿਆਂ ਦੇ ਵਿੱਚ ਵੀ ਦੇਖਿਆ ਹੋਏਗਾ ਬੱਚਿਓ, ਅਸੀਂ ਜੇ ਧਿਆਨ ਨਾਲ ਦੇਖੀਏ ਜੇ ਇੱਕ ਇੰਗਲਿਸ਼ ਦਾ ਲੈਟਰ Z ਹੁੰਦਾ ਇਹ Z ਦੇ ਅੰਦਰ ਦੋਨੋਂ ਕੋਣ ਬਣਦੇ ਆ। ਉਸੇ ਤਰ੍ਹਾਂ ਜੇਕਰ ਅਸੀਂ ਇੱਧਰ ਇੱਕ ਉਲਟਾ Z ਬਣਾਈਏ ਤਾਂ ਉਸ ਦੇ ਅੰਦਰ ਜਿਹੜੇ ਕੋਣ, ਇੱਕ ਸਿਰਫ ਯਾਦ ਰੱਖਣ ਨੂੰ ਜੇ ਤੁਸੀਂ ਰੱਖਣਾ ਚਾਹੋ ਕਿ ਜੇ ਅਸੀਂ Z ਬਣਾਉਂਦੇ ਹਾਂ ਤਾਂ ਉਸ ਦੇ ਜਿਹੜੇ ਅੰਦਰ ਜਿਹੜੇ ਕੋਣ ਬਣਦੇ ਆ ਉਹ ਕੀ ਹੁੰਦੇ ਆ ਬੱਚਿਓ? ਇਕਾਂਤਰ ਕੋਣ। ਉਸ ਤੋਂ ਬਾਅਦ ਅਸੀਂ ਅੱਗੇ ਦੇਖਦੇ ਹਾਂ ਕਿ ਜੇਕਰ ਇੱਕ ਕਾਟਵੀਂ ਰੇਖਾ ਦੋ ਸਮਾਂਤਰ ਰੇਖਾਵਾਂ ਨੂੰ ਕੱਟੇ ਤਾਂ ਇੱਕੋ ਪਾਸੇ ਦੇ ਅੰਦਰਲੇ ਕੋਣਾਂ ਦਾ ਜੋੜ 180 ਡਿਗਰੀ ਹੁੰਦਾ ਹੈ। ਹੁਣ ਤੁਸੀਂ ਇੱਥੇ ਦੇਖ ਪਾ ਰਹੇ ਹੋ ਇੱਕੋ ਪਾਸੇ ਦੇ ਅੰਦਰਲੇ ਕੋਣ ਸਾਨੂੰ ਪਤਾ ਹੈ ਕੋਣ 4 ਅਤੇ ਕੋਣ 5, ਇਹਨਾਂ ਦਾ ਜੋੜ 180 ਡਿਗਰੀ ਹੋਵੇਗਾ। ਉਸੇ ਤਰ੍ਹਾਂ ਕੋਣ 3 ਜਮਾ ਕੋਣ 6 ਇਹਨਾਂ ਦਾ ਜੋੜ ਵੀ ਕਿੰਨਾ ਹੋਵੇਗਾ? 180 ਡਿਗਰੀ ਹੋਵੇਗਾ। ਤਾਂ ਬੱਚਿਓ ਇਹ ਸਾਨੂੰ ਜਿਹੜੀਆਂ ਪ੍ਰੋਪਰਟੀਜ਼ ਹੈ ਇਹ ਚੰਗੀ ਤਰ੍ਹਾਂ ਪਤਾ ਹੋਣੀਆਂ ਚਾਹੀਦੀਆਂ ਹਨ। ਉਸੇ ਤਰ੍ਹਾਂ ਜੇਕਰ ਇੱਕ ਕਾਟਵੀਂ ਰੇਖਾ ਦੋ ਰੇਖਾਵਾਂ ਨੂੰ ਇਸ ਤਰ੍ਹਾਂ ਕੱਟਦੀ ਹੈ ਕਿ ਕਾਟਵੀਂ ਰੇਖਾ ਦੇ ਇੱਕੋ ਪਾਸੇ ਦੇ ਅੰਦਰਲੇ ਕੋਣਾਂ ਦਾ ਜੋੜ 180 ਡਿਗਰੀ ਹੋਵੇ ਤਾਂ ਰੇਖਾਵਾਂ ਇੱਕ ਦੂਜੇ ਦੇ ਸਮਾਂਤਰ ਹੋਣਗੀਆਂ। ਇਹ ਉਸ ਦਾ ਉਲਟ ਹੈ। ਤਾਂ ਬੱਚਿਓ ਹੁਣ ਅਸੀਂ ਇੱਕ ਹੋਰ ਬਹੁਤ ਹੀ ਜੋ ਇੰਪੋਰਟੈਂਟ ਪ੍ਰੋਪਰਟੀ ਉਹ ਦੇਖਦੇ ਹਾਂ ਕਿ ਉਹ ਰੇਖਾਵਾਂ ਜੋ ਇੱਕ ਹੀ ਰੇਖਾ ਦੇ ਸਮਾਂਤਰ ਹੋਣ ਆਪਸ ਵਿੱਚ ਸਮਾਂਤਰ ਹੁੰਦੀਆਂ ਹਨ। ਦੇਖੋ ਬੱਚਿਓ ਕਿਵੇਂ ਕਿ ਜੇਕਰ ਇੱਕ ਰੇਖਾ M L ਦੇ ਸਮਾਂਤਰ ਹੈ ਅਤੇ N ਵੀ L ਦੇ ਸਮਾਂਤਰ ਹੈ। ਹੁਣ ਧਿਆਨ ਨਾਲ ਦੇਖੋ ਮੈਂ ਕੀ ਕਹਿ ਰਹੀ ਹਾਂ।
ਜੇ M L ਦੇ ਸਮਾਂਤਰ ਹੈ ਔਰ ਇੱਕ ਹੋਰ ਰੇਖਾ ਹੈ N, ਉਹ ਵੀ L ਦੇ ਸਮਾਂਤਰ ਹੈ, ਤਾਂ M ਤੇ N ਆਪਸ 'ਚ ਕੀ ਹੋਣਗੀਆਂ? ਸਮਾਂਤਰ ਹੋਣਗੀਆਂ। ਮੈਂ ਤੁਹਾਨੂੰ ਹੁਣ ਇੱਕ ਡਾਇਗਰਾਮ ਇਹਦਾ ਦਿਖਾਨੀ ਹੈ। ਦੇਖੋ ਸਭ ਤੋਂ ਪਹਿਲਾਂ ਮੈਂ ਕੀ ਕੀਤਾ, ਇੱਕ ਰੇਖਾ M ਖਿੱਚੀ L ਦੇ ਸਮਾਂਤਰ, ਫਿਰ ਉਸ ਤੋਂ ਬਾਅਦ ਇੱਕ ਰੇਖਾ N ਖਿੱਚੀ L ਦੇ ਸਮਾਂਤਰ। ਪਹਿਲਾਂ M L ਦੇ ਸਮਾਂਤਰ, ਫਿਰ N ਵੀ L ਦੇ ਸਮਾਂਤਰ। ਤਾਂ ਬੱਚਿਓ ਇੱਥੋਂ ਸਾਨੂੰ ਕੀ ਪ੍ਰਾਪਤ ਹੁੰਦਾ ਹੈ ਕਿ ਜੋ M ਹੈ ਉਹ ਵੀ ਕਿਹਦੇ ਬਰਾਬਰ, M ਵੀ ਕਿਹਦੇ ਸਮਾਂਤਰ ਹੋਏਗੀ? N ਦੇ ਸਮਾਂਤਰ ਹੋਏਗੀ। ਇਹ ਵੀ ਪ੍ਰੋਪਰਟੀ ਆਪਾਂ ਬਹੁਤ ਜ਼ਿਆਦਾ ਆਪਣੇ ਜਿਹੜੇ ਕੁਐਸਚਨ ਅੱਗੇ ਤੁਸੀਂ 6.2 ਦੇ ਵਿੱਚ ਕਰੋਗੇ ਉਹਦੇ ਵਿੱਚ ਇਹ ਪ੍ਰੋਪਰਟੀ ਬਹੁਤ ਜ਼ਿਆਦਾ ਯੂਜ਼ ਹੁੰਦੀ ਹੈ ਕੁਐਸਚਨਸ ਦੇ ਵਿੱਚ। ਤੇ ਆਓ ਆਪਾਂ ਇੱਕ ਛੋਟਾ ਜਿਹਾ ਕੁਐਸਚਨ ਕਰਦੇ ਹਾਂ। ਚਿੱਤਰ ਵਿੱਚ x ਅਤੇ y ਦੇ ਮੁੱਲ ਪਤਾ ਕਰਨੇ ਹਨ ਔਰ ਦਰਸਾਓ ਕਿ AB ਸਮਾਂਤਰ CD ਹੈ। ਲਓ ਬੱਚਿਓ ਆਪਾਂ ਬਹੁਤ ਜਲਦੀ ਨਾਲ ਕਰਾਂਗੇ। ਹੁਣ ਮੈਨੂੰ ਤੁਸੀਂ ਜਵਾਬ ਦੇਣੇ ਹਨ। x ਦਾ ਜੇ ਮੈਂ ਮੁੱਲ ਪਤਾ ਕਰਨਾ ਤਾਂ ਮੈਂ ਕਿਵੇਂ ਕਰਾਂਗੀ? 50 ਡਿਗਰੀ ਮੈਨੂੰ ਦਿੱਤਾ ਹੋਇਆ ਹੈ ਤਾਂ ਮੈਂ ਇਹ ਕਿਵੇਂ ਮੈਨੂੰ ਦੱਸੋ? ਬਿਲਕੁਲ ਠੀਕ ਹੈ, 50 ਡਿਗਰੀ ਜਮਾ x ਬਰਾਬਰ ਹੈ 180 ਡਿਗਰੀ। ਕਿਹੜੇ ਕੋਣ ਹਨ ਬੱਚਿਓ? ਇਹ ਕਿਹੜੇ ਕੋਣ ਹਨ? ਲੀਨੀਅਰ ਪੇਅਰ ਆਫ ਐਂਗਲਸ। ਮੈਂ ਹੁਣ ਥੋੜਾ ਜਲਦੀ ਨਾਲ ਲਿਖਾਂਗੀ ਨਹੀਂ, ਤੁਸੀਂ ਇਹਨੂੰ ਆਪਣੇ ਆਪ ਕੰਪਲੀਟ ਕਰਨਾ ਹੈ। ਲੀਨੀਅਰ ਪੇਅਰ ਆਫ ਐਂਗਲਸ। ਤਾਂ ਆਪਣੇ ਕੋਲ x ਕਿੰਨਾ ਆ ਗਿਆ ਬੱਚਿਓ? 180 ਡਿਗਰੀ ਮਾਈਨਸ 50 ਡਿਗਰੀ 130 ਡਿਗਰੀ। x ਦੀ ਵੈਲਿਊ ਤੁਹਾਡੇ ਕੋਲ ਕਿੰਨੀ ਆ ਗਈ ਹੈ? 130 ਡਿਗਰੀ। ਉਸੇ ਤਰ੍ਹਾਂ ਬੱਚਿਓ y ਅਤੇ a ਵਾਲੇ ਇੱਥੇ ਤੁਹਾਨੂੰ ਕੋਈ ਰਿਲੇਸ਼ਨ ਆਪਸ ਵਿੱਚ ਦਿਖ ਰਿਹਾ ਹੋਣਾ ਹੈ। ਬਿਲਕੁਲ ਠੀਕ। ਇਹ ਕਿਹੜੇ ਕੋਣ ਹਨ? y ਅਤੇ 130 ਜਿਹੜੇ ਸਾਹਮਣੇ ਦਿਖ ਰਹੇ ਹਨ ਵਰਟੀਕਲ ਆਪੋਜ਼ਿਟ ਐਂਗਲਸ, ਇਸ ਕਰਕੇ y ਵੀ ਕਿੰਨਾ ਹੋ ਗਿਆ? 130 ਡਿਗਰੀ। ਬਹੁਤ ਜੇ ਤੁਸੀਂ ਚਿੱਤਰ ਨੂੰ ਧਿਆਨ ਨਾਲ ਦੇਖਦੇ ਹੋ ਨਾ ਬੱਚਿਓ, ਤੁਹਾਨੂੰ ਬਹੁਤ ਕੁਝ ਵਿੱਚੋਂ ਹੀ ਨਾਲ ਦੀ ਨਾਲ ਆਨਸਰ ਦਿਖਣੇ ਸ਼ੁਰੂ ਹੋ ਜਾਂਦੇ ਹਨ। ਇਹਨਾਂ ਸਵਾਲਾਂ ਦੀ ਬੜੀ ਖਾਸੀਅਤ ਹੁੰਦੀ ਹੈ। ਉਸ ਤੋਂ ਬਾਅਦ ਬੱਚਿਓ ਉਹਨੇ ਸਾਨੂੰ ਕਿਹਾ, ਹੁਣ ਮੈਨੂੰ ਆਹ ਕੋਣ ਪਤਾ ਲੱਗ ਗਿਆ 130 ਡਿਗਰੀ, ਆਹ ਕੋਣ ਪਤਾ ਲੱਗ ਗਿਆ 130 ਡਿਗਰੀ, x ਅਤੇ y। ਤੇ ਤੁਹਾਨੂੰ ਦਿਖ ਰਹੇ ਹਨ ਕਿ ਇਹ ਦੋਨੋਂ ਕੋਣ ਕਿਹੜੇ ਹਨ ਬੱਚਿਓ? ਆਹ ਵਾਲੇ ਦੋਨੋਂ ਕੋਣ ਆਪਸ 'ਚ ਕਿਹੜੇ ਕੋਣ ਹਨ? ਸ਼ਾਬਾਸ਼, ਦੇਖੋ z ਬਣ ਰਿਹਾ ਹੈ ਤਾਂ ਤੁਹਾਨੂੰ ਯਾਦ ਹੋਏਗਾ ਇਹ ਕਿਹੜੇ ਕੋਣ ਹਨ ਦੋਵੇਂ। ਇੱਥੇ ਆਪਾਂ ਇਹਨਾਂ ਦਾ ਨਾਮ ਲਿਖ ਲੈਂਦੇ ਹਾਂ। ਇੱਥੇ ਆਪਾਂ ਇਹਨੂੰ P ਤੇ Q ਨਾਮ ਦੇ ਲੈਂਦੇ ਨੇ, ਸੌਖਾ ਹੋ ਜਾਏਗਾ। ਕੋਣ APQ ਵੀ ਬਰਾਬਰ 130 ਡਿਗਰੀ ਹੈ ਔਰ ਉਸੇ ਤਰ੍ਹਾਂ ਕੋਣ ਦੂਜਾ ਕਿਹੜਾ ਹੈ ਸਾਡੇ ਕੋਲ? PQD, ਇਹ ਵੀ 130 ਡਿਗਰੀ ਹੈ। ਇਹ ਦੋਨੋਂ ਕੋਣ ਬਰਾਬਰ ਹੋ ਗਏ ਬੱਚਿਓ, ਦੇਖੋ ਧਿਆਨ ਨਾਲ। APQ ਬਰਾਬਰ ਹੈ ਕੋਣ PQD ਬਰਾਬਰ ਹੈ 130 ਡਿਗਰੀ। ਤੁਸੀਂ ਦੇਖ ਪਾ ਰਹੇ ਹੋ ਮੈਂ ਇਹ ਵਾਲੇ ਕੋਣ ਦੀ ਗੱਲ ਕਰ ਰਹੀ ਹਾਂ ਔਰ ਇਹ ਵਾਲੇ ਕੋਣ ਦੀ ਗੱਲ ਕਰ ਰਹੀ ਹਾਂ। ਪਰ ਹੁਣ ਬੱਚਿਓ ਇਹ ਕਿਹੜੇ ਕੋਣ ਹਨ? ਇਕਾਂਤਰ ਕੋਣ। ਪਰ ਇਹ ਇਕਾਂਤਰ ਕੋਣਾਂ ਦਾ ਜੋੜਾ ਹੈ। ਪਰ ਇਹ ਇਕਾਂਤਰ ਕੋਣਾਂ ਦਾ ਜੋੜਾ ਹੈ ਅਤੇ ਬਰਾਬਰ ਹੈ। ਇਹ ਚੀਜ਼ ਜ਼ਰੂਰ ਲਿਖਣੀ ਹੈ, ਕਈ ਵਾਰ ਬੱਚੇ ਇੱਥੇ ਛੱਡ ਜਾਂਦੇ ਅਤੇ ਬਰਾਬਰ ਹੈ। ਹੁਣੇ ਆਪਾਂ ਪੜਿਆ ਸੀ ਕਿ ਜੇਕਰ ਇਕਾਂਤਰ ਕੋਣਾਂ ਦਾ ਜੋੜਾ ਵੀ ਹੋਵੇ ਤੇ ਬਰਾਬਰ ਵੀ ਹੋਵੇ ਤਾਂ ਸਾਨੂੰ ਇੱਥੋਂ ਕੀ ਪਤਾ ਚੱਲ ਜਾਂਦਾ ਹੈ ਕਿ ਜਿਹੜੀਆਂ ਰੇਖਾਵਾਂ ਹਨ ਉਹ ਕੀ ਹਨ? ਸਮਾਂਤਰ। ਬੱਚਿਓ ਇਹ ਜਿਹੜਾ ਸਾਈਨ ਹੈ ਸਮਾਂਤਰ ਲਿਖਣਾ, AB ਅਤੇ CD ਸਮਾਂਤਰ ਹਨ। ਐਡਾ ਵੱਡਾ ਸੈਂਟੈਂਸ ਲਿਖਣ ਨਾਲ ਤੁਸੀਂ ਸਿੱਧਾ ਲਿਖ ਸਕਦੇ ਹੋ, ਇਹ ਨਿਸ਼ਾਨ ਪਾ ਸਕਦੇ ਹੋ AB is parallel to CD। ਤਾਂ ਬੱਚਿਓ ਇਹ ਆਪਾਂ ਸਿੱਧ ਵੀ ਕਰਨਾ ਸੀ ਤੇ ਇਹਦੇ ਵਿੱਚ ਦੇਖੋ ਤੁਸੀਂ ਲੀਨੀਅਰ ਪੇਅਰ ਦੀ ਯੂਜ਼ ਕੀਤੀ ਪ੍ਰੋਪਰਟੀ, ਇਕਾਂਤਰ ਕੋਣਾਂ ਦੀ ਯੂਜ਼ ਕੀਤੀ। ਤਾਂ ਇਸ ਤਰ੍ਹਾਂ ਬੱਚਿਓ ਤੁਹਾਨੂੰ ਮੈਂ ਇਹੀ ਗੱਲ ਬਾਰ-ਬਾਰ ਕਹਿ ਰਹੀ ਹਾਂ ਕਿ ਤੁਸੀਂ ਡਾਇਗਰਾਮ ਬਹੁਤ ਅੱਛੀ ਤਰ੍ਹਾਂ ਨਾਲ ਬਣਾਓ, ਪ੍ਰੈਕਟਿਸ ਕਰੋ। ਤਾਂ ਤੁਹਾਨੂੰ ਇੱਕ ਇਹ ਕੁਐਸਚਨ ਹੈ ਤੁਸੀਂ ਹੁਣ ਆਪਣੇ ਆਪ ਕਰਨਾ ਹੈ, ਤੁਹਾਡੀ ਐਕਸਰਸਾਈਜ਼ ਦੇ ਵਿੱਚ ਹੀ ਕੁਐਸਚਨ ਹੈ। ਤਾਂ ਬੱਚਿਓ ਮੈਂ ਤੁਹਾਨੂੰ ਐਂਡ ਦੇ ਵਿੱਚ ਇਹੀ ਕਹਿਣਾ ਚਾਹਾਂਗੀ ਕਿ ਤੁਸੀਂ ਜਿਹੜੇ ਵੀ ਜਿਓਮੈਟਰੀ ਦੇ ਕੁਐਸਚਨ ਹੈ ਉਹਨਾਂ ਦੇ ਬਾਰ-ਬਾਰ ਇੱਕ ਤਾਂ ਡਾਇਗਰਾਮ ਬਣਾ ਕੇ ਦੇਖੋ ਤੇ ਜਿੰਨੀਆਂ ਵੀ ਉਹਦੇ ਵਿੱਚ ਵਿਸ਼ੇਸ਼ਤਾਵਾਂ ਜਾਂ ਗੁਣ ਹਨ ਉਹਨਾਂ ਨੂੰ ਤੁਸੀਂ ਲਿਖੋ, ਸਟੇਟਮੈਂਟ ਲਿਖੋ। 2 ਵਾਰ 3 ਵਾਰ ਜੋ ਤੁਸੀਂ ਸਟੇਟਮੈਂਟ ਲਿਖ ਲੈਂਦੇ ਹੋ ਬੱਚਿਓ ਤਾਂ ਤੁਹਾਨੂੰ ਯਾਦ ਵੀ ਹੋ ਜਾਂਦੀਆਂ ਹਨ ਔਰ ਤੁਹਾਨੂੰ ਫਿਰ ਪੇਪਰ ਦੇ ਵਿੱਚ ਲਿਖਣੀ ਬੜੀ ਆਸਾਨ ਲੱਗਦੀ ਹੈ। ਡਾਇਗਰਾਮ ਬਣਾਓ, ਰਕਮ ਪੜੋ, ਨਾਲ ਡਾਇਗਰਾਮ ਦੇ ਵਿੱਚ ਦੇਖੋ ਕੀ ਗਿਵਨ ਹੈ, ਫਿਰ ਸੋਚੋ ਕਿ ਮੈਂ ਜੋ ਪ੍ਰੂਵ ਕਰਨਾ ਹੈ, ਪਤਾ ਕਰਨਾ ਹੈ ਜਾਂ ਸਿੱਧ ਕਰਨਾ ਹੈ ਉਹਦੇ ਲਈ ਮੈਨੂੰ ਡਾਇਗਰਾਮ 'ਚ ਕੀ ਦਿੱਤਾ ਹੋਇਆ ਹੈ ਅਤੇ ਮੈਂ ਉਸ ਤੋਂ ਅੱਗੇ ਉਹਨੂੰ ਕਿਵੇਂ ਜੋ ਗੁਣ ਮੈਨੂੰ ਪਤਾ ਹਨ ਉਹਨਾਂ ਨੂੰ ਯੂਜ਼ ਕਰਕੇ ਕਿਵੇਂ ਹੱਲ ਕਰਨਾ ਹੈ। ਮੈਨੂੰ ਉਮੀਦ ਹੈ ਬੱਚਿਓ ਕਿ ਤੁਹਾਨੂੰ ਇਹ ਲੈਕਚਰ ਅੱਛੀ ਤਰ੍ਹਾਂ ਨਾਲ ਸਮਝ ਆ ਗਿਆ ਹੋਗਾ ਤੇ ਤੁਸੀਂ ਜਾ ਕੇ ਇਹਨਾਂ ਤਰ੍ਹਾਂ ਦੇ ਸਵਾਲਾਂ ਦੀ ਜ਼ਰੂਰ ਪ੍ਰੈਕਟਿਸ ਕਰੋਗੇ। ਥੈਂਕ ਯੂ ਸੋ ਮਚ।